ਸੋ ਅੱਜ ਦੇ ਇਸ ਵਚਨ ਨੂੰ ਜਿਸ ਨੂੰ ਤੁਸੀਂ ਪੰਜਾਬੀ ਵਿੱਚ ਸੁਣ ਰਹੇ ਹੋ, ਇਹ ਦਿੱਤਾ ਗਿਆ ਹੈ ਰੈਵਰੈਂਡ ਕੁਮਾਰ ਸਵਾਮੀ, ਜੋ ਗੁੱਡ ਸ਼ੈਫਰਡ ਚਰਚ ਦੱਖਣ ਭਾਰਤ ਦੀ ਜੋ ਡਾਇਸਿਸ ਹੈ ਉਹਦੇ ਬਿਸ਼ਪ ਦੇ ਅਹੁਦੇਦਾਰ ਹਨ। ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਆਮੀਨ। ਸੋ ਰੱਬ ਦੇ ਪਿਆਰਿਓ, ਅੱਜ ਦਾ ਵਚਨ ਦਾ ਅਧਿਐਨ ਜੋ ਅਧਿਆਏ ਲਿਆ ਗਿਆ ਹੈ ਅੱਜ ਦੇ ਅਧਿਐਨ ਦੇ ਲਈ, ਉਹ ਲਿਆ ਗਿਆ ਹੈ ਮੱਤੀ ਦੀ ਅੰਜੀਲ, ਉਹਦਾ 22ਵਾਂ ਅਧਿਆਏ, ਉਹਦੀ 34 ਆਇਤ ਤੋਂ ਲੈ ਕੇ 46 ਆਇਤ ਤੱਕ। ਮੱਤੀ ਦੀ ਅੰਜੀਲ ਉਹਦਾ 22ਵਾਂ ਅਧਿਆਏ, ਉਹਦੀ 34 ਆਇਤ ਤੋਂ ਲੈ ਕੇ ਉਹਦੀ 46 ਆਇਤ ਤੱਕ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਪਰ ਜਦ ਫਰੀਸੀਆਂ ਨੇ ਸੁਣਿਆ ਜੋ ਉਹਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਥਾਂ ਇਕੱਠੇ ਹੋਏ ਅਤੇ ਉਹਨਾਂ ਵਿੱਚੋਂ ਇੱਕ ਨੇ, ਜਿਹੜਾ ਸ਼ਰ੍ਹਾ ਦਾ ਸਿਖਲਾਉਣ ਵਾਲਾ ਸੀ, ਉਹਦੇ ਪਰਤਾਉਣ ਲਈ ਸਵਾਲ ਕੀਤਾ, ਜੋ ਗੁਰੂ ਜੀ, ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ? ਅਤੇ ਉਹਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ, ਅਤੇ ਦੂਆ ਇਹ ਹੈ, ਇਹਦੇ ਵਾਂਗੂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਹਨਾਂ ਦੋਵਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਹਨ। ਜਿਸ ਵੇਲੇ ਫਰੀਸੀ ਇਕੱਠੇ ਸਨ, ਯੀਸ਼ੂ ਨੇ ਉਹਨਾਂ ਨੂੰ ਪੁੱਛਿਆ, ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ? ਉਹ ਕਿਹਦਾ ਪੁੱਤਰ ਹੈ? ਉਹਨਾਂ ਉਸ ਨੂੰ ਆਖਿਆ, ਦਾਊਦ ਦਾ। ਉਸ ਨੇ ਉਹਨਾਂ ਨੂੰ ਕਿਹਾ, ਫਿਰ ਦਾਊਦ ਆਤਮਾ ਦੇ ਰਾਹੀਂ ਕਿੱਕਰ ਉਹਨੂੰ ਪ੍ਰਭੂ ਆਖਦਾ ਏ ਕਿ ਪ੍ਰਭੂ ਨੇ, ਮੇਰੇ ਪ੍ਰਭੂ ਨੇ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ। ਸੋ ਜਦ ਦਾਊਦ ਉਹਨੂੰ ਪ੍ਰਭੂ ਆਖਦਾ ਏ, ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ? ਅਤੇ ਕੋਈ ਉਹਨੂੰ ਇੱਕ ਬਚਨ ਤੀਕਰ ਜਵਾਬ ਨਾ ਦੇ ਸਕਿਆ। ਨਾ ਉਸ ਦਿਨ ਤੋਂ ਕਿਸੇ ਦਾ ਹਿਆਓ ਪਿਆ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ। ਸੋ ਇਹ ਪਰਮੇਸ਼ਰ ਦਾ ਪਵਿੱਤਰ ਵਚਨ ਹੈ। ਪਰਮੇਸ਼ਰ ਆਪਣੇ ਵਚਨ ਦੇ ਪੜ੍ਹੇ ਅਤੇ ਸੁਣੇ ਜਾਣ ਤੇ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਰੱਬ ਦੇ ਪਿਆਰਿਓ, ਜਦੋਂ ਅਸੀਂ ਇੱਥੇ ਪੜ੍ਹਦੇ ਹਾਂ, ਅਸੀਂ ਵੇਖਦੇ ਹਾਂ ਕਿ ਪ੍ਰਭੂ ਨੇ ਇੱਥੇ ਬਹੁਤ ਹੀ ਮਹਾਨ ਹੁਕਮ, ਆਗਿਆ ਦੇ ਬਾਰੇ ਦੱਸਿਆ। ਉਹ ਮਹਾਨ ਆਗਿਆ, ਉਹ ਹੁਕਮ ਜਿਹੜਾ ਮਸੀਹ ਵਿਸ਼ਵਾਸ ਦਾ ਇੱਕ ਕੇਂਦਰ ਬਿੰਦੂ ਵੀ ਹੈ। ਸੋ ਜਦੋਂ ਅਸੀਂ ਇਸ ਮਹਾਨ ਹੁਕਮ ਦੀ ਗੱਲ ਕਰਦੇ ਹਾਂ, ਤੇ ਪ੍ਰਭੂ ਤੋਂ ਇਲਾਵਾ ਪੂਰੀ ਬਾਈਬਲ ਦੇ ਵਿੱਚ ਪੌਲੁਸ ਤੋਂ ਇਲਾਵਾ ਹੋਰ ਇਸ ਗੱਲ ਦਾ ਕੋਈ ਜ਼ਿਆਦਾ ਵਖਾਣ ਨਹੀਂ ਕਰਦਾ। ਇਹ ਪ੍ਰਭੂ ਦਾ ਦਾਸ ਪੌਲੁਸ ਸੀ, ਜਿਹਨੇ ਪ੍ਰਭੂ ਨੂੰ ਪਿਆਰ ਕਰਨ ਅਤੇ ਉਹਦੇ ਲੋਕਾਂ ਦੇ ਨਾਲ ਪਿਆਰ ਕਰਨ ਦੇ ਬਾਰੇ ਗੱਲ ਨੂੰ ਬੜੇ ਵਿਸਥਾਰ ਨਾਲ ਕਿਹਾ, ਬੜੇ ਵਿਸਥਾਰ ਨਾਲ ਲਿਖਿਆ, ਬੜੇ ਵਿਸਥਾਰ ਦੇ ਨਾਲ ਜ਼ੋਰ ਦਿੱਤਾ। ਕਿਉਂਕਿ ਜਦੋਂ ਅਸੀਂ ਪਹਿਲਾਂ ਥੈਸਲੁਨੀਕੀਆਂ ਉਹਦਾ 2 ਅਧਿਆਇ, ਉਹਦੀ 1 ਤੋਂ 8 ਆਇਤ ਤੱਕ ਪੜ੍ਹਦੇ ਹਾਂ, ਇੱਥੇ ਪੌਲੁਸ ਬੜੇ ਵਿਸਥਾਰ ਦੇ ਨਾਲ ਪ੍ਰਭੂ ਨੂੰ ਪਿਆਰ ਕਰਨ ਦੇ ਬਾਰੇ, ਉਹਦੇ ਲੋਕਾਂ ਨੂੰ ਪਿਆਰ ਕਰਨ ਦੇ ਬਾਰੇ ਲਿਖਦਾ ਹੈ, ਜ਼ਿਕਰ ਕਰਦਾ ਹੈ, ਇਹਦੇ ਤੇ ਜ਼ੋਰ ਦਿੰਦਾ ਹੈ। ਅਤੇ ਜਦੋਂ ਅਸੀਂ ਪੌਲੁਸ ਦੇ ਬਾਰੇ ਪੜ੍ਹਦੇ ਹਾਂ, ਉਹਦੇ ਬਾਰੇ ਧਿਆਨ ਕਰਦੇ ਹਾਂ, ਉਹਦੀਆਂ ਪੱਤਰੀਆਂ ਨੂੰ ਪੜ੍ਹਦੇ ਹਾਂ, ਉਹਦੀ ਲਿਖਾਈ ਨੂੰ ਪੜ੍ਹਦੇ ਹਾਂ ਜੋ ਉਹਨੇ ਲਿਖਿਆ, ਤਾਂ ਉਹਦੇ ਜੀਵਨ ਬਾਰੇ ਵੀ ਸਾਨੂੰ ਬਹੁਤ ਕੁਝ ਗੱਲਾਂ ਪਤਾ ਲੱਗਦੀਆਂ ਨੇ ਕਿ ਉਹ ਕਿਹੋ ਜਿਹਾ ਸੀ, ਉਹਦਾ ਆਪਣਾ ਸੁਭਾਅ ਕਿਹੋ ਜਿਹਾ ਸੀ, ਇਹ ਗੱਲਾਂ ਨੂੰ ਕਿਸ ਤਰ੍ਹਾਂ ਲੈਂਦਾ ਸੀ। ਅਤੇ ਜਦੋਂ ਪ੍ਰਭੂ ਨਾਲ ਪਿਆਰ ਕਰਨ ਦੀ ਗੱਲ ਆਉਂਦੀ ਹੈ, ਉਹਦੇ ਲੋਕਾਂ ਦੇ ਨਾਲ ਪਿਆਰ ਕਰਨ ਦੀ ਗੱਲ ਆਉਂਦੀ ਹੈ, ਤਾਂ ਪ੍ਰਭੂ ਦਾ ਦਾਸ ਪੌਲੁਸ ਨੂੰ ਅਸੀਂ ਵੇਖਦੇ ਹਾਂ ਕਿ ਉਹਨੇ ਆਪਣੇ ਜੀਵਨ ਦੇ ਹਰ ਇੱਕ ਪ੍ਰਸਥਿਤੀ ਦੇ ਵਿੱਚ, ਉਹ ਜੀਵਨ ਦੀ ਹਰ ਇੱਕ ਜਿਸ ਵੀ
ਦੁੱਖ ਪਰੇਸ਼ਾਨੀ ਮੁਸੀਬਤ ਚੋਂ ਨਿਕਲਦਾ ਹੈ, ਉਹ ਇਸ ਗੱਲ ਨੂੰ ਉੱਪਰ ਰੱਖਦਾ ਹੈ। ਉਹ ਆਪਣੀਆਂ ਜੀਵਨ ਦੀਆਂ ਚੁਣੌਤੀਆਂ ਦੇ ਵਿੱਚ ਵੀ ਇਸ ਚੀਜ਼ ਨੂੰ ਉੱਪਰ ਰੱਖਦਾ ਹੈ ਤੇ ਇਹਦੇ ਬਾਰੇ ਗੱਲ ਕਰਦਾ ਹੈ। ਇਸ ਕਰਕੇ ਅੱਜ ਜਦੋਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਇੱਕ ਚੁਣੌਤੀਪੂਰਨ ਪੜਾਅ ਦੇ ਵਿੱਚੋਂ ਨਿਕਲਦੇ ਪਏ, ਇਸ ਬਿਮਾਰੀ ਦੇ ਕਰਕੇ, ਇਸ ਆਰਥਿਕ ਮੰਦੀ ਦੇ ਕਰਕੇ, ਇਹਨਾਂ ਪਰੇਸ਼ਾਨੀਆਂ ਦੇ ਕਰਕੇ, ਅਸੀਂ ਵੀ ਅੱਜ ਇਸ ਗੱਲ ਤੋਂ ਸਿੱਖਣਾ ਹੈ ਕਿ ਇਹਨਾਂ ਸਥਿਤੀਆਂ ਦੇ ਵਿੱਚੋਂ ਨਿਕਲਦਿਆਂ ਹੋਇਆਂ, ਪਰੇਸ਼ਾਨੀਆਂ 'ਚ ਨਿਕਲਦੇ ਹਾਂ, ਅਸੀਂ ਕਿਵੇਂ ਪ੍ਰਭੂ ਨੂੰ ਪਿਆਰ ਕਰ ਸਕਦੇ ਹਾਂ ਤੇ ਉਹਦੇ ਲੋਕਾਂ ਨੂੰ ਪਿਆਰ ਕਰ ਸਕਦੇ ਹਾਂ। ਪੌਲੁਸ ਦੇ ਇਸ ਪਰਮੇਸ਼ਰ ਨੂੰ ਪਿਆਰ ਕਰਨ ਦੇ ਪ੍ਰਤੀ ਜਿਹੜਾ ਸਮਰਪਣ ਸੀ ਉਹਦਾ, ਤੇ ਪਰਮੇਸ਼ਰ ਦੇ ਨਾਲ ਉਹਦੇ ਲੋਕਾਂ ਨੂੰ ਪਿਆਰ ਕਰਨ ਦਾ ਜਿਹੜਾ ਸਮਰਪਣ ਸੀ, ਉਹਦੇ ਬਾਰੇ ਜਦੋਂ ਅਸੀਂ ਵੇਖਦੇ ਹਾਂ, ਕਿਉਂਕਿ ਜਦੋਂ ਅਸੀਂ 8ਵੀਂ ਆਇਤ ਨੂੰ ਪੜ੍ਹਦੇ ਹਾਂ, ਪਹਿਲਾਂ ਥੈਸਲੁਨੀਕੀਆਂ ਦਾ ਦੂਸਰਾ ਅਧਿਆਇ 1 ਤੋਂ 8 ਤੱਕ, ਤੇ 8ਵੀਂ ਨੂੰ ਜਦੋਂ ਪੜ੍ਹਦੇ ਹਾਂ, ਇੱਥੇ ਲਿਖਿਆ ਹੈ ਕਿ ਉਹ ਅਸੀਂ ਤੁਹਾਡੇ ਚਾਹਵੰਦ ਹੋ ਕਿ ਤੁਹਾਨੂੰ ਨਿਰੀ ਪਰਮੇਸ਼ਰ ਦੀ ਖੁਸ਼ਖਬਰੀ ਨਹੀਂ, ਸਗੋਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਸਾਂ, ਇਸ ਲਈ ਜੇ ਤੁਸੀਂ ਸਾਡੇ ਪਿਆਰੇ ਬਣ ਗਏ ਸੋ। ਰੱਬ ਦੇ ਪਿਆਰਿਓ, ਇੱਥੇ ਅਸੀਂ ਵੇਖਦੇ ਹਾਂ ਕਿ ਕਿਵੇਂ ਪਰਮੇਸ਼ਰ ਦੇ ਨਾਲ ਜਿਹੜਾ ਉਹਦਾ ਸਮਰਪਣ ਸੀ, ਜਿਹੜਾ ਪਰਮੇਸ਼ਰ ਨੂੰ ਪਿਆਰ ਕਰਦਾ ਸੀ ਤੇ ਉਹਦੇ ਲੋਕਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਕਰਦਾ ਸੀ, ਤੇ ਉਹਦੇ ਵਾਸਤੇ ਉਹਨੇ ਇੱਥੋਂ ਤੱਕ ਪਿਆਰ ਕੀਤਾ ਕਿ ਉਹਨੇ ਆਪਣਾ ਕੋਈ ਅਹੁਦਾ ਨਹੀਂ ਵੇਖਿਆ, ਉਹਨੇ ਆਪਣੇ ਬਾਰੇ ਨਹੀਂ ਵੇਖਿਆ, ਉਹਨੇ ਆਪਣੇ ਬਾਰੇ ਨਹੀਂ ਸੋਚਿਆ, ਬਲਕਿ ਉਹਨੇ ਇੱਥੋਂ ਤੱਕ ਪਿਆਰ ਕੀਤਾ ਕਿ ਆਪਣੀ ਜਾਨ ਵੀ ਉਹਨਾਂ ਵਾਸਤੇ ਦੇਣ ਵਾਸਤੇ ਤਿਆਰ ਸੀ, ਆਪਣੀ ਜਾਨ ਤੋਂ ਵੱਧ ਪਿਆਰ ਕੀਤਾ। ਇਹ ਉਹਦਾ ਸਮਰਪਣ ਸੀ ਪਰਮੇਸ਼ਰ ਵਾਸਤੇ, ਉਹਦੇ ਲੋਕਾਂ ਵਾਸਤੇ। ਇਸ ਲਈ ਇਸ ਵਚਨ ਨੂੰ ਜੋ ਵਿਸ਼ਾ ਦਿੱਤਾ ਗਿਆ ਹੈ ਉਹ ਇਹ ਹੈ ਕਿ ਸਾਡੇ ਸਰਵ ਉੱਤਮ ਪਰਮੇਸ਼ਰ ਦੇ ਲਈ ਸਾਡਾ ਸਰਵ ਉੱਚ ਭਾਗ ਕੀ ਹੈ। ਸਾਡੇ ਸਰਵ ਉੱਤਮ ਪਰਮੇਸ਼ਰ ਦੇ ਲਈ ਸਾਡੇ ਜੀਵਨ ਤੋਂ ਉਹਦੇ ਲਈ ਸਰਵ ਉੱਤਮ ਭਾਗ। ਪ੍ਰਭੂ ਦਾ ਦਾਸ ਪੌਲੁਸ ਇੱਥੇ ਥੈਸਲੁਨੀਕੀਆਂ ਦੇ ਵਿੱਚ ਆਪਣੇ ਬਾਰੇ ਵੀ ਦੱਸਦਾ ਹੈ ਤੇ ਉਸ ਤੋਂ ਲੋਕਾਂ ਨੂੰ ਵੀ ਪ੍ਰੇਰਿਤ ਕਰਦਾ ਹੈ ਕਿ ਪਰਮੇਸ਼ਰ ਦੇ ਨਾਲ ਅਸੀਂ ਉਹਦੇ ਲੋਕਾਂ ਨੂੰ ਵੀ ਸਭ ਤੋਂ ਉੱਤਮ ਪਿਆਰ ਕਰਨਾ ਹੈ। ਜਿਵੇਂ ਪਰਮੇਸ਼ਰ ਨੂੰ ਅਸੀਂ ਪਿਆਰ ਕਰਨਾ ਹੈ, ਉਸੇ ਤਰ੍ਹਾਂ ਆਪਾਂ ਉਹਦੇ ਲੋਕਾਂ ਨੂੰ ਵੀ ਪਿਆਰ ਕਰਨਾ ਹੈ। ਤੇ ਇਹ ਜਿਹੜਾ ਵਚਨ ਹੈ ਸੱਚਮੁੱਚ ਬਹੁਤ ਹੀ ਪਾਵਰਫੁਲ, ਸ਼ਕਤੀਸ਼ਾਲੀ ਸੰਦੇਸ਼ ਇੱਥੇ ਉਹਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਸ ਵਿੱਚੋਂ ਅਸੀਂ ਬਹੁਤ ਹੀ ਮਹੱਤਵਪੂਰਨ 3 ਗੱਲਾਂ ਸਿੱਖ ਸਕਦੇ ਹਾਂ ਜੋ ਪ੍ਰਭੂ ਦਾ ਦਾਸ ਪੌਲੁਸ ਇਸ ਚੀਜ਼ ਤੇ ਜ਼ੋਰ ਦਿੰਦਾ ਹੈ ਕਿ ਉਹ 3 ਚੀਜ਼ਾਂ ਜਿਹੜੀਆਂ ਅੱਜ ਵੀ ਸਾਡੇ ਜੀਵਨ 'ਚ, ਕਲੀਸਿਆਈ ਜੀਵਨ ਦੇ ਵਿੱਚ, ਸਭਨਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਨੇ। ਜੇ ਤੂੰ ਇਸ ਅਧਿਆਇ ਦੇ ਵਿੱਚੋਂ, ਉਹਦੀ ਲਿਖਤ ਦੇ ਵਿੱਚੋਂ, ਤੇ ਪਹਿਲੀ ਗੱਲ ਜਿਹੜੀ ਪੌਲੁਸ ਇੱਥੇ ਲਿਖਦਾ ਹੈ, ਜਦੋਂ ਅਸੀਂ ਚੌਥੀ ਆਇਤ ਨੂੰ ਪੜ੍ਹਦੇ ਹਾਂ, ਇਸੇ ਦੂਸਰੇ ਅਧਿਆਇ ਦੀ ਚੌਥੀ ਆਇਤ ਨੂੰ, ਕਿ ਜਿੱਥੇ ਉਹ ਕਹਿੰਦਾ ਹੈ ਕਿ ਜਿਵੇਂ ਅਸੀਂ ਪਰਮੇਸ਼ਰ ਵੱਲੋਂ ਪ੍ਰਵਾਨ ਹੋਏ ਹਾਂ, ਪਰਮੇਸ਼ਰ ਵੱਲੋਂ ਕਬੂਲੇ ਗਏ ਹਾਂ। ਇਹ ਪਹਿਲੀ ਗੱਲ ਕਿ ਉਹ ਪਰਮੇਸ਼ਰ ਵੱਲੋਂ ਕਬੂਲਿਆ ਗਿਆ ਇਨਸਾਨ ਸੀ, ਸ਼ਖਸ ਸੀ, ਜਿਹਨੂੰ ਪਰਮੇਸ਼ਰ ਨੇ ਪ੍ਰਵਾਨ ਕੀਤਾ, ਕਬੂਲ ਕੀਤਾ। ਤੇ ਇੱਥੇ ਅਸੀਂ ਸਾਫ਼ ਵੇਖਦੇ ਹਾਂ ਕਿ ਪੌਲੁਸ ਆਪਣੀ ਉਸ ਬੁਲਾਹਟ ਦੇ ਪ੍ਰਤੀ ਜੋ ਪਰਮੇਸ਼ਰ ਨੂੰ ਦਿੱਤੀ, ਉਹਦੇ ਵਿੱਚ ਪੱਕਾ ਸੀ, ਜਾਣਦਾ ਸੀ, ਉਹ ਟੱਸ ਤੋਂ ਮੱਸ ਨਹੀਂ ਹੁੰਦਾ। ਤੇ ਕਹਿੰਦਾ ਏ ਕਿ ਮੈਂ ਪਰਮੇਸ਼ਰ ਵੱਲੋਂ ਠਹਿਰਾਇਆ ਗਿਆ ਹਾਂ, ਉਹਦੀ ਅੰਜੀਲ ਮੈਨੂੰ ਸੌਂਪੀ ਗਈ ਹੈ, ਮੈਨੂੰ ਪਰਮੇਸ਼ਰ ਨੇ ਠਹਿਰਾਇਆ ਏ, ਮੈਨੂੰ ਪਰਮੇਸ਼ਰ ਨੇ ਪ੍ਰਵਾਨ ਕੀਤਾ ਏ, ਕਬੂਲ ਕੀਤਾ ਏ, ਨਿਯੁਕਤ ਕੀਤਾ ਏ।
ਤੇ ਇੱਥੋਂ ਅਸੀਂ ਵੇਖਦੇ ਹਾਂ ਕਿ ਉਹ ਆਪਣੀ ਵਿਅਕਤੀਗਤ ਜਿਹੜੀ ਜੀਵਨ ਦੀ ਜਿਹੜੀ ਬੁਲਾਹਟ ਸੀ ਉਹਦੇ ਬਾਰੇ ਪੱਕਾ ਸੀ। ਇੱਕ ਬਹੁਤ ਹੀ ਮਸ਼ਹੂਰ ਸੁਸਮਾਚਾਰ ਪ੍ਰਚਾਰਕ ਜੋ ਸਕਾਟਲੈਂਡ ਦੇ ਸੀ, ਜਿਨ੍ਹਾਂ ਦਾ ਨਾਮ ਔਸ਼ਵਲਜ਼ ਚੈਂਬਰਜ਼ ਸੀ, ਜਿਨ੍ਹਾਂ ਦਾ ਨਾਮ, ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਸੀ ਪਰਮੇਸ਼ਰ ਵੱਲੋਂ ਪ੍ਰਵਾਨ ਕੀਤੇ ਹੋਏ, ਪਰਮੇਸ਼ਰ ਵੱਲੋਂ ਠਹਿਰਾਏ ਹੋਏ, ਕਬੂਲ ਕੀਤੇ ਹੋਏ, ਪ੍ਰਵਾਨ ਕੀਤੇ ਹੋਏ। ਅਤੇ ਇਸ ਕਿਤਾਬ ਨੂੰ ਮੈਂ ਵਿਅਕਤੀਗਤ ਤੌਰ ਤੇ ਆਪਣੇ ਮਸੀਹੀ ਜੀਵਨ ਦੀ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਇਸ ਕਿਤਾਬ ਨੂੰ ਪੜ੍ਹਿਆ ਸੀ। ਤੇ ਉਹ ਇਸ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜੋ ਵੀ ਮੇਰੇ ਜੀਵਨ ਦੇ ਵਿੱਚ ਆਸ਼ੀਸ਼ਾਂ ਨੇ, ਬਰਕਤਾਂ ਨੇ, ਉਹ ਪਰਮੇਸ਼ਰ ਦੇ ਵੱਲੋਂ ਨੇ, ਕਿਉਂਕਿ ਉਹਨੇ ਮੈਨੂੰ ਪ੍ਰਵਾਨ ਕੀਤਾ ਹੈ। ਤੇ ਅੱਜ ਸਾਨੂੰ ਵੀ ਇਹ ਯਾਦ ਰੱਖਣ ਦੀ ਲੋੜ ਹੈ ਕਿ ਜਿੰਨੀਆਂ ਵੀ ਸਾਡੇ ਜੀਵਨ 'ਚ ਆਸ਼ੀਸ਼ਾਂ, ਬਰਕਤਾਂ ਨੇ, ਉਹ ਪਰਮੇਸ਼ਰ ਵੱਲੋਂ ਨੇ। ਪਰਮੇਸ਼ਰ ਦਾ ਹੱਥ ਸਾਡੇ ਉੱਤੇ, ਉਹ ਪਰਮੇਸ਼ਰ ਵੱਲੋਂ ਹੈ। ਉਹ ਪਰਮੇਸ਼ਰ ਦੇ ਵਚਨ ਦੇ ਦੁਆਰਾ ਹੈ। ਉਹ ਪਰਮੇਸ਼ਰ ਦੇ ਵਚਨ ਦੀ ਆਗਿਆਕਾਰੀਤਾ ਦੇ ਦੁਆਰਾ ਹੈ ਸਾਡੇ ਜੀਵਨ ਦੇ ਵਿੱਚ। ਤੇ ਪਰ ਅਬਰਾਹਮ ਦੇ ਬਾਰੇ ਅਸੀਂ ਜੀਵਨ ਨੂੰ ਜਦ ਵੇਖਦੇ ਹਾਂ, ਉਹਨਾਂ ਦੇ ਵੀ ਜੀਵਨ 'ਚ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਨੇ ਉਹਨਾਂ ਨੂੰ ਬੁਲਾਇਆ, ਚੁਣਿਆ ਤੇ ਕਿਹਾ ਕਿ ਮੈਂ ਤੈਨੂੰ ਆਸ਼ੀਸ਼ ਦੇਵਾਂਗਾ, ਮੈਂ ਤੈਨੂੰ ਬਰਕਤ ਦੇਵਾਂਗਾ। ਤੇ ਅਬਰਾਹਮ ਨੂੰ ਆਸ਼ੀਸ਼ ਦੇਣ ਦੇ ਨਾਲ ਨਾਲ ਪ੍ਰਭੂ ਕਹਿੰਦੇ ਨੇ ਕਿ ਮੈਂ ਤੇਰੇ ਦੁਆਰਾ ਦੂਸਰਿਆਂ ਨੂੰ ਆਸ਼ੀਸ਼ ਦੇਵਾਂਗਾ, ਮੈਂ ਦੂਸਰਿਆਂ ਨੂੰ ਬਰਕਤ ਦੇਵਾਂਗਾ, ਮੈਂ ਪੂਰੀ ਦੁਨੀਆ ਦੀਆਂ ਕੌਮਾਂ ਨੂੰ, ਜਾਤੀਆਂ ਨੂੰ ਤੇਰੇ ਦੁਆਰਾ ਆਸ਼ੀਸ਼ ਦੇਵਾਂਗਾ, ਬਰਕਤ ਦੇਵਾਂਗਾ। ਅੱਜ ਅਸੀਂ ਵੀ ਯਾਦ ਰੱਖੀਏ ਕਿ ਪਰਮੇਸ਼ਰ ਨੇ ਸਾਨੂੰ ਠਹਿਰਾਇਆ ਹੈ, ਨਿਯੁਕਤ ਕੀਤਾ ਹੈ, ਚੁਣਿਆ ਹੈ, ਪ੍ਰਵਾਨ ਕੀਤਾ ਹੈ, ਇਸ ਲਈ ਕਿ ਸਿਰਫ ਅਸੀਂ ਆਸ਼ੀਸ਼ ਨਾ ਪਾਈਏ, ਬਲਕਿ ਸਾਡੇ ਦੁਆਰਾ ਦੂਸਰੇ ਆਸ਼ੀਸ਼ ਪਾਉਣ, ਦੂਜਿਆਂ ਨੂੰ ਸਾਡੇ ਜੀਵਨ ਤੋਂ ਬਰਕਤ ਮਿਲੇ, ਆਸ਼ੀਸ਼ ਮਿਲੇ। ਪਿਛਲੇ ਹਫ਼ਤੇ ਵੀ ਅਸੀਂ ਵਚਨ ਦੇ ਵਿੱਚੋਂ ਸੁਣਿਆ, ਜੋ ਵਚਨ ਸਾਨੂੰ ਸਿਖਾਇਆ ਪਿਛਲੇ ਹਫ਼ਤੇ ਵੀ, ਕਿ ਪਰਮੇਸ਼ਰ ਨੇ ਸਾਨੂੰ, ਸਾਡੇ ਦੇਸ਼ ਨੂੰ, ਭਾਵੇਂ ਉਹ ਕੋਈ ਵੀ ਦੇਸ਼ 'ਚ ਅਸੀਂ ਰਹਿੰਦੇ ਹੋਈਏ, ਸਾਨੂੰ ਉਸ ਦੇਸ਼ ਨੂੰ ਬਰਕਤ, ਆਸ਼ੀਸ਼ ਦੇਣ ਲਈ ਚੁਣਿਆ ਹੈ, ਨਿਯੁਕਤ ਕੀਤਾ ਹੈ। ਇਸ ਲਈ ਅਸੀਂ ਯਾਦ ਰੱਖੀਏ ਕਿ ਅਸੀਂ ਸਿਰਫ ਬਰਕਤ ਲੈਣ ਦੇ ਲਈ ਨਹੀਂ, ਬਲਕਿ ਬਰਕਤ ਦੇਣ ਲਈ ਚੁਣੇ ਗਏ ਹਾਂ। ਸਾਨੂੰ ਦੂਜਿਆਂ ਨੂੰ ਆਸ਼ੀਸ਼ ਦੇਣ ਲਈ ਠਹਿਰਾਇਆ ਗਿਆ ਹੈ। ਅਤੇ ਦੂਸਰੀ ਗੱਲ ਜਿਹੜੀ ਅਸੀਂ ਵੇਖਦੇ ਹਾਂ ਉਹ ਇਹ ਹੈ ਕਿ ਉਹ ਸਿਰਫ ਇੱਥੇ ਨਹੀਂ ਰੁਕਦਾ ਕਿ ਉਹ ਪਰਮੇਸ਼ਰ ਵੱਲੋਂ ਪ੍ਰਵਾਨ ਹੋਇਆ ਹੈ, ਬਲਕਿ ਉਹਦੇ ਤੋਂ ਅੱਗੇ ਦੂਸਰੀ ਗੱਲ ਕਿ ਉਹ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਵੀ ਸੀ। ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ, ਉਹ ਕਹਿੰਦਾ ਹੈ ਕਿ ਮੈਨੂੰ ਅੰਜੀਲ ਸੌਂਪੀ ਗਈ ਹੈ, ਮੈਨੂੰ ਪਰਮੇਸ਼ਰ ਵੱਲੋਂ ਠਹਿਰਾਇਆ ਗਿਆ ਤਾਂ ਕਿ ਮੈਂ ਪਰਮੇਸ਼ਰ ਦੀ ਅੰਜੀਲ ਨੂੰ, ਖੁਸ਼ਖਬਰੀ ਨੂੰ ਲੋਕਾਂ ਤੱਕ ਸੁਣਾਵਾਂ, ਲੋਕਾਂ ਤੱਕ ਪਹੁੰਚਾਵਾਂ। ਤੇ ਇਸੇ ਉੱਤੇ ਉਹ ਕਹਿੰਦਾ ਹੈ ਕਿ ਜਿਵੇਂ ਮੈਂ ਵਫਾਦਾਰ ਹਾਂ ਉਸ ਅੰਜੀਲ ਪ੍ਰਤੀ, ਉਹ ਖੁਸ਼ਖਬਰੀ ਪ੍ਰਤੀ ਜੋ ਪ੍ਰਭੂ ਨੇ ਮੈਨੂੰ ਸੌਂਪੀ ਹੈ, ਤੋ ਥੈਸਲੁਨੀਕੀਆ ਦੀ ਕਲੀਸਿਆ ਨੂੰ, ਲੋਕਾਂ ਨੂੰ, ਵਿਸ਼ਵਾਸੀਆਂ ਭੈਣ ਭਰਾਵਾਂ ਨੂੰ ਉਹ ਉਤਸ਼ਾਹਿਤ ਕਰਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਵੀ ਇਹ ਜੋ ਜ਼ਿੰਮੇਵਾਰੀ ਜਿਸ ਦੇ ਪ੍ਰਤੀ ਮੈਂ ਵਫਾਦਾਰ ਹਾਂ, ਤੁਸੀਂ ਵੀ ਵਫਾਦਾਰ ਬਣੋ, ਬਲਕਿ ਇਸ ਦੇ ਵਿੱਚ ਵਧਦੇ ਚਲੇ ਜਾਓ, ਇਸ ਜ਼ਿੰਮੇਵਾਰੀ ਦੇ ਪ੍ਰਤੀ ਹੋਰ ਵਫਾਦਾਰ ਬਣਦੇ ਚਲੇ ਜਾਓ। ਅਸੀਂ ਪੌਲੁਸ ਬਾਰੇ ਜਾਣਦੇ ਹਾਂ ਕਿ ਸੁਸਮਾਚਾਰ ਦੇ ਪ੍ਰਚਾਰ ਦੇ ਲਈ ਉਹਨੇ ਬਹੁਤ ਸਾਰੇ ਹੱਦਾਂ ਨੂੰ ਤੋੜ ਦਿੱਤਾ, ਬਹੁਤ ਸਾਰਾ ਦੁੱਖ ਝੱਲਿਆ, ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ।
ਅਤੇ ਇਹ ਸਭ ਉਹਨੇ ਇਸ ਲਈ ਕੀਤਾ ਕਿਉਂਕਿ ਉਹ ਪਰਮੇਸ਼ਰ ਪ੍ਰਤੀ ਵਫਾਦਾਰ ਸੀ, ਉਹਦੇ ਸੁਸਮਾਚਾਰ ਪ੍ਰਤੀ ਵਫਾਦਾਰ ਸੀ। ਤੇ ਇਸੇ ਪ੍ਰਕਾਰ ਅਸੀਂ ਵੀ ਜਦੋਂ ਸੁਰਗ ਵਿੱਚ ਜਾਵਾਂਗੇ ਤੇ ਪ੍ਰਭੂ ਦੀ ਉਸ ਬੁਲਾਹਟ ਨੂੰ, ਆਵਾਜ਼ ਨੂੰ ਸੁਣਾਂਗੇ ਜਿਹੜੀ ਕਹੇਗੀ, ਇਹ ਮੇਰੇ ਮਾਤਬਰ ਸੇਵਕ, ਹੇ ਮੇਰੇ ਵਫਾਦਾਰ ਸੇਵਕ, ਤੂੰ ਵਧੀਆ ਕੀਤਾ ਏ, ਤੂੰ ਸੋਹਣਾ ਕੰਮ ਕੀਤਾ, ਤੂੰ ਮੇਰੇ ਕੰਮ ਨੂੰ ਪੂਰਾ ਕੀਤਾ ਹੈ, ਤੂੰ ਕੰਮ ਦੇ ਪ੍ਰਤੀ ਵਫਾਦਾਰ ਰਿਹਾ ਹੈ। ਇਸ ਆਵਾਜ਼ ਨੂੰ ਵੀ ਅਸੀਂ ਸੁਣਾਂਗੇ। ਇਸ ਲਈ ਰੱਬ ਦੇ ਪਿਆਰਿਓ, ਜੇ ਅਸੀਂ ਉਸ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਕਿ ਉਹ ਸ਼ਬਦ ਪਰਮੇਸ਼ਰ ਦੇ ਸਾਡੇ ਲਈ ਹੋਣ, ਉਹ ਸ਼ਬਦ ਜੋ ਪਰਮੇਸ਼ਰ ਕਹਿੰਦਾ ਏ, ਜੋ ਕਹੇਗਾ ਸਵਰਗ ਦੇ ਵਿੱਚ, ਉਹ ਮੇਰੇ ਲਈ ਹੋਣ, ਤਾਂ ਸਾਨੂੰ ਪੌਲੁਸ ਵਾਂਗੂ ਵਫਾਦਾਰ ਬਣਨਾ ਪੈਣਾ ਹੈ ਪਰਮੇਸ਼ਰ ਪ੍ਰਤੀ, ਉਹਦੇ ਵਚਨ ਪ੍ਰਤੀ, ਉਹਦੇ ਸੁਸਮਾਚਾਰ ਦੇ ਪ੍ਰਚਾਰ ਪ੍ਰਤੀ, ਖੁਸ਼ਖਬਰੀ ਨੂੰ ਫੈਲਾਉਣ ਪ੍ਰਤੀ ਸਾਨੂੰ ਵਫਾਦਾਰ ਹੋਣਾ ਪੈਣਾ ਹੈ। ਅਤੇ ਤੀਸਰੀ ਗੱਲ ਜੋ ਕਿ ਹੋਰ ਮਹੱਤਵਪੂਰਨ ਹੈ, ਜਿੱਥੇ ਪੌਲੁਸ ਕਹਿੰਦਾ ਕਿ ਅਸੀਂ ਮਨੁੱਖਾਂ ਨੂੰ ਰਝਾਉਂਦੇ ਨਹੀਂ ਹਾਂ, ਯਾਨੀ ਮਨੁੱਖਾਂ ਨੂੰ ਅਸੀਂ ਖੁਸ਼ ਨਹੀਂ ਕਰਦੇ, ਬਲਕਿ ਪਰਮੇਸ਼ਰ ਨੂੰ ਪ੍ਰਸੰਨ ਕਰਦੇ ਹਾਂ। ਰੱਬ ਦੇ ਪਿਆਰਿਓ, ਤੀਸਰੀ ਗੱਲ ਜਿਹੜੀ ਪੌਲੁਸ ਦੇ ਜੀਵਨ 'ਚ ਸੀ, ਉਹ ਲਿਖਦਾ ਏ, ਕਹਿੰਦਾ ਏ, ਉਹ ਇਹ ਹੈ ਕਿ ਪੌਲੁਸ ਦਾ ਸਾਰਾ ਜਿਹੜਾ ਧਿਆਨ ਸੀ, ਸਾਰਾ ਮਨ, ਸੋਚ, ਆਪਣੇ ਸਰੀਰ ਦੀ ਸ਼ਕਤੀ, ਸਭ ਕੁਝ ਉਹ ਪਰਮੇਸ਼ਰ ਤੇ ਕੇਂਦਰਿਤ ਸੀ, ਪਰਮੇਸ਼ਰ ਵਾਸਤੇ ਸੀ। ਉਹ ਮਨੁੱਖਾਂ ਨੂੰ ਪ੍ਰਸੰਨ ਨਹੀਂ ਸੀ ਕਰਦਾ, ਉਹਦਾ ਧਿਆਨ ਸੰਸਾਰਿਕ ਚੀਜ਼ਾਂ ਤੇ ਨਹੀਂ ਸੀ ਲੱਗਾ, ਮਨੁੱਖਾਂ ਵੱਲ ਨਹੀਂ ਸੀ ਲੱਗਾ, ਬਲਕਿ ਪਰਮੇਸ਼ਰ ਉੱਤੇ ਪੂਰਾ ਉਹ ਨਿਰਭਰ ਸੀ, ਪੂਰਾ ਉਹਨੇ ਪਰਮੇਸ਼ਰ ਨੂੰ ਹੀ ਆਪਣਾ ਸਭ ਕੁਝ ਦਿੱਤਾ ਸੀ। ਕਿਉਂਕਿ ਅਸੀਂ ਜਦੋਂ ਪਤਰਸ ਦੇ ਬਾਰੇ ਵੇਖਦੇ ਹਾਂ ਕਿ ਜਦੋਂ ਪਾਣੀ ਤੇ ਤੁਰਦਾ ਚਲਾ ਜਾਂਦਾ ਸੀ, ਜਿੰਨੀ ਦੇਰ ਤੱਕ ਉਹਦੀਆਂ ਅੱਖਾਂ, ਉਹਦਾ ਧਿਆਨ ਪ੍ਰਭੂ ਯੀਸ਼ੂ ਮਸੀਹ ਵੱਲ ਲੱਗਾ ਰਿਹਾ, ਉਹ ਚੱਲਦਾ ਰਿਹਾ, ਉਹ ਡੋਲਿਆ ਨਹੀਂ। ਪਰ ਜਦੋਂ ਉਹਦੀਆਂ ਅੱਖਾਂ ਪਰਮੇਸ਼ਰ ਤੋਂ ਹਟ ਗਈਆਂ, ਯੀਸ਼ੂ ਮਸੀਹ ਤੋਂ ਹਟ ਗਈਆਂ, ਤੇ ਉਹ ਡੁੱਬ ਗਿਆ, ਉਹ ਡੁੱਬਣ ਲੱਗ ਪਿਆ। ਇਸ ਲਈ ਜੇ ਅੱਜ ਅਸੀਂ ਵੀ ਉਹਨੂੰ ਨਹੀਂ ਤੱਕਾਂਗੇ, ਸਾਡਾ ਪੂਰਾ ਉਹਦੇ ਤੇ ਧਿਆਨ ਨਹੀਂ ਹੋਵੇਗਾ, ਤਾਂ ਅਸੀਂ ਡਿੱਗ ਜਾਵਾਂਗੇ, ਅਸੀਂ ਡਗਮਗਾ ਜਾਵਾਂਗੇ, ਅਸੀਂ ਡੁੱਬ ਜਾਵਾਂਗੇ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਜੀਵਨ ਦੇ ਵਿੱਚ, ਆਪਣੀ ਸੇਵਕਾਈ ਦੇ ਵਿੱਚ ਅਸੀਂ ਡਗਮਗਾਈਏ ਨਾ, ਤਾਂ ਸਾਨੂੰ ਉਹਦੇ ਵੱਲ ਪੂਰਾ ਧਿਆਨ ਦੇਣਾ ਪੈਣਾ ਹੈ। ਜਿਵੇਂ ਪੌਲੁਸ ਦਾ ਪੂਰਾ ਧਿਆਨ ਉਹਦੇ ਤੇ ਸੀ, ਪਰਮੇਸ਼ਰ ਦੇ ਕੰਮ ਤੇ ਸੀ, ਉਹ ਮਨੁੱਖਾਂ ਨੂੰ ਪ੍ਰਸੰਨ ਨਹੀਂ ਸੀ ਕਰਦਾ। ਸਾਨੂੰ ਵੀ ਪਰਮੇਸ਼ਰ ਤੇ ਪੂਰਾ ਕੇਂਦਰਿਤ ਹੋਣਾ ਪੈਣਾ ਹੈ, ਨਿਰਭਰ ਹੋਣਾ ਪੈਣਾ ਹੈ। ਪ੍ਰਭੂ ਦਾ ਦਾਸ ਦਾਊਦ, ਜਦ ਉਹਨਾਂ ਦੇ ਬਾਰੇ ਅਸੀਂ ਵੇਖਦੇ ਹਾਂ, ਉਹ ਜ਼ਬੂਰਾਂ ਦੀ ਪੋਥੀ, ਜਦੋਂ ਅਸੀਂ ਜ਼ਬੂਰ ਉਹਦਾ 27 ਅਧਿਆਏ ਉਹਦੀ 4 ਆਇਤ ਤੋਂ ਪੜ੍ਹਦੇ ਹਾਂ, ਤੇ ਇੱਥੇ ਉਹਦੇ ਜੀਵਨ ਦਾ ਜਿਹੜਾ ਇੱਕ ਹੀ ਬਿੰਦੂ ਸੀ, ਇੱਕ ਹੀ ਚੀਜ਼ ਸੀ, ਉਹਦੇ ਬਾਰੇ ਉਹ ਗੱਲ ਕਰਦਾ। ਤੇ ਉਹ ਕੀ ਕਹਿੰਦਾ ਹੈ ਕਿ ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਏ, ਅਤੇ ਮੈਂ ਉਹੀ ਭਾਲਾਂਗਾ ਕਿ ਮੈਂ ਜੀਵਨ ਭਰ ਯਹੋਵਾ ਦੇ ਘਰ ਵਸਾਂ, ਤਾਂ ਜੋ ਮੈਂ ਯਹੋਵਾ ਦੀ ਮਨੋਰਥਾਂ ਨੂੰ ਤੱਕਾਂ ਅਤੇ ਉਹਦੀ ਹੈਕਲ ਵਿੱਚ ਧਿਆਨ ਕਰਾਂ। ਇਹ ਉਹਦੇ ਜੀਵਨ ਦਾ ਇੱਕੋ ਹੀ ਇੱਕ ਨਿਸ਼ਾਨਾ ਸੀ, ਇਹੋ ਹੀ ਉਹਦੇ ਜੀਵਨ ਦੀ ਭਾਲ ਸੀ, ਇਹੋ ਹੀ ਉਹ ਸਭ ਕੁਝ ਚਾਹੁੰਦਾ ਸੀ। ਇਹਦੇ ਤੋਂ ਇਲਾਵਾ ਹੋਰ ਕੁਝ ਵੀ ਉਹ ਨਹੀਂ ਸੀ ਚਾਹੁੰਦਾ, ਕਿਸੇ ਵੀ ਚੀਜ਼ ਵੱਲ ਉਹਦਾ ਧਿਆਨ ਨਹੀਂ ਸੀ। ਇਸ ਲਈ ਰੱਬ ਦੇ ਪਿਆਰਿਓ, ਅੱਜ ਪਰਮੇਸ਼ਰ ਸਾਥੋਂ ਇਹੋ ਚੀਜ਼ ਚਾਹੁੰਦਾ ਹੈ ਜੋ ਦਾਊਦ ਦੇ ਮਨ ਦੇ ਵਿੱਚ ਸੀ, ਪਰਮੇਸ਼ਰ ਪ੍ਰਤੀ ਸੀ। ਇਸ ਲਈ ਅੱਜ ਦੇ ਇਸ ਵਚਨ ਤੋਂ ਜੋ ਅੱਜ ਅਸੀਂ 3 ਗੱਲਾਂ ਵੇਖੀਆਂ ਨੇ, ਕਿ ਜਿਵੇਂ ਪੌਲੁਸ
ਉਹ ਆਪਣੇ ਬਾਰੇ ਕਹਿੰਦਾ, ਅੱਜ ਅਸੀਂ ਵੀ ਕਹੀਏ ਕਿ ਹਾਂ, ਅਸੀਂ ਵੀ ਪਰਮੇਸ਼ਰ ਵੱਲੋਂ ਪ੍ਰਵਾਨ ਹੋਏ ਹਾਂ। ਪਰਮੇਸ਼ਰ ਨੇ ਸਾਨੂੰ ਬਰਕਤ ਦੇਣ ਲਈ ਚੁਣਿਆ ਹੈ, ਤੇ ਜਦੋਂ ਬਰਕਤ ਦੇਣ ਲਈ ਚੁਣਿਆ ਹੈ, ਅਸੀਂ ਪੌਲੁਸ ਵਾਂਗੂ, ਪ੍ਰਭੂ ਦੇ ਦਾਸ ਵਾਂਗੂ ਵਫਾਦਾਰ ਪਰਮੇਸ਼ਰ ਦੇ ਪ੍ਰਤੀ ਰਹੀਏ। ਇੱਧਰ ਉੱਧਰ ਨਾ ਭਟਕੀਏ। ਜਿਵੇਂ ਉਹਦਾ ਨਿਸ਼ਾਨਾ ਸਾਹਮਣਾ ਸੀ, ਸਿੱਧਾ ਸੀ, ਪ੍ਰਭੂ ਨੂੰ ਤੱਕਦਾ ਏ, ਪ੍ਰਭੂ ਵੱਲ ਵੇਖਦਾ, ਉਹਦੇ ਤੇ ਹੀ ਨਿਰਭਰ ਏ। ਅਸੀਂ ਵੀ ਉਹਦੇ ਤੇ ਨਿਰਭਰ ਹੋ ਜਾਈਏ, ਉਹਨੂੰ ਹੀ ਪ੍ਰਸੰਨ ਕਰੀਏ, ਮਨੁੱਖਾਂ ਨੂੰ ਪ੍ਰਸੰਨ ਨਾ ਕਰੀਏ। ਪਰਮੇਸ਼ਰ ਤੋਂ ਇਲਾਵਾ ਕੋਈ ਵੀ ਵਸਤੂ ਨੂੰ ਅਸੀਂ ਪ੍ਰਸੰਨ ਨਾ ਕਰੀਏ। ਅੱਜ ਪਰਮੇਸ਼ਰ ਸਾਨੂੰ ਤੋਂ ਇਹ 3 ਚੀਜ਼ਾਂ ਚਾਹੁੰਦਾ ਹੈ। ਅੱਜ ਅਸੀਂ ਆਪਣੇ ਵੱਲ ਝਾਤੀ ਮਾਰੀਏ, ਆਪਣੇ ਆਪ ਨੂੰ ਜਾਂਚੀਏ, ਪਰਖੀਏ। ਇਹ ਪਰਮੇਸ਼ਰ ਦੀ ਅੱਜ ਆਵਾਜ਼ ਹੈ। ਤੇ ਅੱਜ ਪਰਮੇਸ਼ਰ ਨੂੰ ਇਹ ਕਹਿ ਦਈਏ ਕਿ ਸਾਡੇ ਜੀਵਨ ਦਾ ਜਿਹੜਾ ਸਰਵੋਤਮ ਚੀਜ਼ ਹੈ, ਪਹਿਲੂ ਹੈ, ਸਭ ਕੁਝ ਹੈ, ਅਸੀਂ ਉਸ ਸਰਵਉੱਚ ਪਰਮੇਸ਼ਰ ਨੂੰ ਦੇਵਾਂਗੇ। ਅੱਜ ਪਰਮੇਸ਼ਰ ਦੇ ਨਾਲ ਵਾਅਦਾ ਕਰੀਏ। ਸੋ ਪਰਮੇਸ਼ਰ ਇਹਨਾਂ ਵਚਨਾਂ ਦੁਆਰਾ ਸਾਨੂੰ ਸਭਨਾਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ। ਆਓ ਪ੍ਰਾਰਥਨਾ ਕਰੀਏ। ਪਰਮ ਪਿਤਾ ਪਰਮੇਸ਼ਰ, ਤੁਹਾਡਾ ਸ਼ੁਕਰ, ਤੁਹਾਡੀ ਤਾਰੀਫ, ਤੁਹਾਡੀ ਮਹਿਮਾ ਕਰਦੇ ਹਾਂ। ਇਸ ਸਮੇਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਇਹਨਾਂ ਵਚਨਾਂ ਦੇ ਲਈ, ਜਿੱਥੇ ਪ੍ਰਭੂ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਤੇ ਆਪਣੀ ਸਾਰੀ ਸਮਝ ਦੇ ਨਾਲ ਤੇ ਆਪਣੀ ਸਾਰੀ ਸ਼ਕਤੀ ਦੇ ਨਾਲ ਪਿਆਰ ਕਰੀਏ। ਪ੍ਰਭੂ ਅਸੀਂ ਚਾਹੁੰਦੇ ਹਾਂ ਕਿ ਆਪਣੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਸਾਨੂੰ ਪ੍ਰਭੂ ਪਿਆਰ ਕਰਨਾ ਸਿਖਾਓ, ਤਾਂ ਕਿ ਪ੍ਰਭੂ ਅਸੀਂ ਤੁਹਾਨੂੰ ਪ੍ਰਵਾਨ ਹੋ ਜਾਈਏ, ਤੁਹਾਡੇ ਪ੍ਰਤੀ ਵਫਾਦਾਰ ਹੋ ਜਾਈਏ, ਤੇ ਪ੍ਰਭੂ ਤੁਹਾਡੀ ਉਹ ਹਰ ਇੱਕ ਗੱਲ ਨੂੰ ਜੋ ਤੁਸੀਂ ਸਾਡੇ ਜੀਵਨ ਤੋਂ ਚਾਹੁੰਦੇ, ਉਹਨੂੰ ਅਸੀਂ ਪੂਰਾ ਕਰੀਏ, ਤੁਹਾਨੂੰ ਪ੍ਰਸੰਨ ਕਰੀਏ, ਕਿਸੇ ਮਨੁੱਖ ਨੂੰ ਨਾ ਕਰੀਏ। ਸਾਡਾ ਧਿਆਨ ਤੁਹਾਡੇ ਤੇ ਲੱਗ ਜਾਵੇ। ਇਸ ਦੁਨੀਆ ਤੋਂ ਹਟ ਕੇ ਸਾਡੀ ਪ੍ਰਭੂ ਅਗਵਾਈ ਕਰੋ। ਤੁਹਾਡਾ ਸ਼ੁਕਰ ਪ੍ਰਭੂ ਇਹਨਾਂ ਵਚਨਾਂ ਦੇ ਲਈ, ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਆਮੀਨ। ਆਓ ਅਸੀਂ ਜਿਵੇਂ ਪ੍ਰਭੂ ਨੇ ਸਿਖਾਇਆ ਪ੍ਰਾਰਥਨਾ ਕਰਾਂਗੇ। ਐ ਸਾਡੇ ਬਾਪ, ਤੂੰ ਜੋ ਅਸਮਾਨ ਤੇ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਆ ਸਾਨੂੰ ਦੇ। ਸਾਡੇ ਕਸੂਰਾਂ ਨੂੰ ਮਾਫ ਕਰ, ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪੈਣ ਦਿਓ, ਸਗੋਂ ਬੁਰਾਈ ਤੋਂ ਬਚਾਓ, ਕਿਉਂਕਿ ਬਾਦਸ਼ਾਹਤ, ਕੁਦਰਤ ਅਤੇ ਜਲਾਲ ਹਮੇਸ਼ਾ ਤੁਹਾਡੇ ਹਨ। ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਪਰਮੇਸ਼ਰ ਪਿਤਾ ਦਾ ਪਿਆਰ ਤੇ ਪਵਿੱਤਰ ਆਤਮਾ ਦੀ ਸੰਗਤੀ ਸਾਡੇ ਸਭਨਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਦੁਬਾਰਾ ਆਗਮਨ ਤੱਕ ਹਮੇਸ਼ਾ ਲਈ ਬਣੀ ਰਵੇ। ਆਮੀਨ। ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਧੰਨਵਾਦ।